ਇੱਕ ਦਿਨ ਸੰਤ ਸਰਵਨਦਾਸ ਜੀ ਕਹਿਣ ਲੱਗੇ ਕਿ ਆਪਾਂ ਜਲਦੀ ਹੀ ਗੁਰੂ ਰਵਿਦਾਸ ਜੀ ਦੇ ਮੰਦਿਰ ਉਸਾਰ ਦੇਣੇ ਹਨ। ਸੰਗਤਾਂ ਵਿੱਚ ਮਾਨੋ ਖੁਸ਼ੀ ਦੀ ਲਹਿਰ ਜਾਪ ਗਈ। ਇੱਥੇ ਸ਼੍ਰੀ ਸੋਹਣ ਸਿੰਘ ਸੰਘਵਾਲ ਵੀ ਖੜੇ ਸਨ। ਉਹ ਸੰਤਾਂ ਦੇ ਬਹੁਤ ਨੇੜੇ ਹੋਣ ਕਾਰਨ ਇੱਕਦਮ ਬੋਲ ਉੱਠੇ ਕਿ ਮਹਾਰਾਜ ਜੀ ਆਗਿਆ ਹੋਵੇ ਤਾਂ ਇੱਕ ਗੱਲ ਕਹਾਂ। ਮਹਾਰਾਜ ਜੀ ਕਹਿਣ ਲੱਗੇ, ਸੋਹਣ ਸਿੰਘ ਜੋ ਤੂੰ ਕਹਿਣਾ ਹੈ ਤੂੰ ਵੀ ਕਹਿ ਲੈ। ਸੋਹਣ ਸਿੰਘ ਨੇ ਕਿਹਾ, ਮਹਾਰਾਜ ਜੀ ਜੇ ਕੋਈ ਲੜਕਾ ਵਿਦੇਸ਼ ਚਲਾ ਜਾਵੇ ਅਤੇ 10-20 ਸਾਲ ਬਾਅਦ ਵਾਪਸ ਆਵੇ ਤਾਂ ਕਿਹੜਾ ਘਰ ਸਵਾਰੂਗਾ? ਘਰ ਤਾਂ ਉਹੀ ਸਵਾਰੂਗਾ ਜਿਹੜਾ ਛੱਡ ਕੇ ਗਿਆ ਸੀ। ਅਚੰਭਿਤ ਹੋਏ ਮਹਾਰਾਜ ਜੀ ਬੋਲੇ ਕਿ ਕੀ ਮਤਲਬ ਹੈ ਤੇਰਾ? ਮਹਾਰਾਜ ਜੀ ਮਤਲਬ ਕਾਹਦਾ? ਤੁਸੀਂ ਆਪਣਾ ਘਰ ਆਪ ਹੀ ਸਵਾਰਨ ਲੱਗੇ ਹੋ, ਉਹ ਕਿਹੜੇ ਕਿਸੇ ਦਾ ਘਰ ਹੈ? ਸੁਣਦਿਆਂ ਸਾਰ ਮਹਾਰਾਜ ਜੀ ਬਹੁਤ ਗੰਭੀਰ ਹੋ ਗਏ। ਉਹਨਾਂ ਦੇ ਚਿਹਰੇ ਉੱਤੇ ਰਲ ਮਿਲੇ ਹਾਵ ਭਾਵ ਸਨ। ਮਹਾਰਾਜ ਜੀ ਸੋਹਣ ਸਿੰਘ ਨੂੰ ਉੱਚੀ ਆਵਾਜ਼ ਮਾਰੀ ਕਿ ਗੱਲ ਸੁਣੋ ਸੋਹਣ ਸਿੰਘ। ਜਦੋਂ ਕੋਲ ਆਇਆ ਤਾਂ ਸੰਤ ਕਾਫੀ ਸ਼ਾਂਤ ਹੋ ਗਏ ਤੇ ਬੋਲੇ, ਜੇ ਤੁਹਾਨੂੰ ਕਿਸੇ ਭੇਦ ਦੀ ਜਾਣਕਾਰੀ ਹੋ ਹੀ ਗਈ ਹੈ ਤਾਂ ਤੁਸੀਂ ਢਿੱਡ ਵਿੱਚ ਹੀ ਨਹੀਂ ਰੱਖ ਸਕਦੇ। ਤੁਸੀਂ ਵਾਰ-ਵਾਰ ਮੇਰੇ ਮਨ ਦੀ ਸ਼ਾਂਤੀ ਕਿਉਂ ਭੰਗ ਕਰਦੇ ਹੋ? ਜੇ ਲੋਕਾਂ ਨੂੰ ਸੱਚੀ ਸੱਚ ਪਤਾ ਲੱਗਿਆ ਤਾਂ ਫਿਰ ਕੀ ਹੋਣਾ? ਤਾਂ ਲੋਕਾਂ ਨੇ ਮੈਨੂੰ ਟਿਕਣ ਨਹੀਂ ਦੇਣਾ। ਦੇਖ ਲਓ, ਲੋਕਾਂ ਨੇ ਮੇਰੇ ਕੱਪੜੇ ਵੀ ਪਾੜ ਕੇ ਲੈ ਜਾਣੇ ਹਨ। ਰੱਬ ਦਾ ਵਾਸਤਾ ਮੈਨੂੰ ਰਵਿਦਾਸ ਜੀ ਨਾ ਬਣਾਓ, ਮੈਨੂੰ ਸਰਵਨਦਾਸ ਜੀ ਬਣਿਆ ਰਹਿਣ ਦਿਓ। ਸਨ 1963 ਵਿੱਚ ਜੇਠ ਦੇ ਮਹੀਨੇ ਅੱਜ ਜਿੱਥੇ ਸੰਤ ਹਰੀਦਾਸ ਹਾਲ ਦੀ ਲੰਗਰ ਹਾਲ ਹੈ, ਉਸੇ ਥਾਂ ਸੰਤ ਸੰਮੇਲਨ ਦੀ ਤਿਆਰੀ ਕਰਵਾਈ ਗਈ। 7-8 ਭੱਠੀਆਂ ਅਤੇ 5-7 ਨਲਕਿਆਂ ਦਾ ਪ੍ਰਬੰਧ ਕੀਤਾ ਗਿਆ। ਸਮਰੱਥਾ ਅਨੁਸਾਰ ਟੈਂਟ ਦੀ ਵਿਵਸਥਾ ਕੀਤੀ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ। ਵੱਡੀ ਗਿਣਤੀ ਵਿੱਚ ਸੰਤ ਸਮਾਜ ਵੀ ਆਇਆ। ਖੂਬ ਤਿਆਰੀ ਕਰਕੇ ਸੰਤਾਂ ਨੇ ਸੰਤ ਸਮਾਜ ਨੂੰ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਦੀ ਸੇਵਾ ਦੇਣ ਦਾ ਮਨ ਬਣਾ ਲਿਆ ਸੀ, ਕਿਉਂਕਿ ਆਪ ਪਿੱਛੇ ਰਹਿ ਕੇ ਇਹ ਕੰਮ ਕਰਵਾਉਣਾ ਚਾਹੁੰਦੇ ਸਨ। ਜਦੋਂ ਇਹ ਸਮਾਗਮ ਪੂਰੇ ਜ਼ੋਰਾਂ ਤੇ ਸੀ ਤਾਂ ਬਜ਼ੁਰਗਾਂ ਦੇ ਦੱਸਣ ਮੁਤਾਬਕ ਸੰਤ ਸਰਵਨਦਾਸ ਜੀ ਨੇ ਆਪਣੀ ਗੱਲ ਪਰਨਾ ਪਾ ਕੇ ਉਹਨਾਂ ਦੇ ਸਨਮੁਖ ਆਪਣੇ ਮਨ ਦੀ ਪੀੜਾ ਬਿਆਨ ਕਰਦਿਆਂ ਕਿਹਾ ਕਿ ਪੂਜਨੀਏ ਸੰਤ ਸਮਾਜ ਜੀ, ਮੇਰੀ ਪਰਮ ਇੱਛਾ ਹੈ ਕਿ ਆਪਾਂ ਰਲ ਮਿਲ ਸਤਿਗੁਰੂ ਰਵਿਦਾਸ ਜੀ ਜਨਮ ਸਥਾਨ ਦੀ ਖੋਜ ਕਰੀਏ ਤਾਂ ਕਿ ਕੌਮ ਦੇ ਭਲੇ ਵਾਸਤੇ ਕਾਲੀਸ਼ਾਨ ਮੰਦਿਰ ਦੀ ਉਸਾਰੀ ਕਰਵਾਈਏ। ਉਸ ਸੰਤ ਸੰਮੇਲਨ ਵਿੱਚ ਬ੍ਰਹਮ ਗਿਆਨੀ ਸੰਤ ਨਾਰਾਇਣ ਦਾਸ ਜੀ ਸ਼ੇਰਪੁਰ ਕਲਰਾਂ, ਸੰਤ ਦਰਸ਼ਨ ਦਾਸ ਜੀ ਮਹਾਰਾਜ ਤੇ ਸੰਤ ਸੀਤਲ ਦਾਸ ਜੀ ਪਿੰਡ ਬੌਣ ਹਾਜ਼ਰ ਸਨ। ਆਪ ਸਭ ਨੇ ਇੱਕ ਮਤ ਤੇ ਖੜੇ ਹੋ ਕੇ ਕਿਹਾ ਕਿ ਮਹਾਰਾਜ ਜੀ, ਆਪ ਇੱਕ ਸਮਰੱਥ ਪੁਰਸ਼ ਹੋ, ਤੁਸੀਂ ਹੀ ਇਹ ਡਿਊਟੀ ਨਿਭਾ ਸਕਦੇ ਹੋ। ਅਸੀਂ ਤਾਂ ਕੇਵਲ ਆਪ ਜੀ ਦਾ ਸਾਥ ਦੇ ਸਕਦੇ ਹਾਂ। ਸੰਤਾਂ ਦਾ ਇਹ ਜਵਾਬ ਪਾ ਕੇ ਸੰਤ ਸਰਵਨਦਾਸ ਜੀ ਨਿਰੁੱਤਰ ਹੋਏ। ਕੁਝ ਪਲਾਂ ਲਈ ਚੁੱਪਚਾਪ ਖੜੇ ਹੋਏ। ਆਖਿਰ ਸੰਤਾਂ ਨੇ ਇਸ ਦਿਸ਼ਾ ਵਿੱਚ ਸੋਚਣਾ ਆਰੰਭ ਕੀਤਾ ਤੇ ਇੱਕ ਟੀਮ ਜਨਮ ਸਥਾਨ ਦੀ ਖੋਜ ਵਾਸਤੇ ਭੇਜੀ। ਹੌਲੀ-ਹੌਲੀ ਇਸ ਸਥਾਨ ਦੀ ਖੋਜ ਕਰਵਾ ਕੇ ਮੌਜੂਦਾ ਸਥਾਨ ਲੱਭਣਾ ਤੇ ਇਸ ਦੀ ਨਿਸ਼ਾਨਦੇਹੀ ਕਰਵਾਈ ਤੇ ਫਰਦ ਪ੍ਰਾਪਤ ਕਰਨ ਵਾਸਤੇ ਯਤਨ ਆਰੰਭ ਕਰਨ ਦਿੱਤੇ ਗਏ। ਸਤਿਗੁਰਾਂ ਦੀ ਪੂਰੀ ਤਸੱਲੀ ਹੋਣ ਤੇ ਨਿਸ਼ਾਨਦੇਹੀ ਪੱਕੀ ਸਮਝ ਕੇ ਇਸ ਦੀ ਵਫਦ ਪ੍ਰਾਪਤ ਕਰਨ ਵਾਸਤੇ ਖੋਜ ਟੀਮ ਨੂੰ ਆਦੇਸ਼ ਦਿੱਤੇ ਕਿ ਸਰਕਾਰੀ ਰਿਕਾਰਡ ਮੁਤਾਬਿਕ ਪਤਾ ਕਰੋ। ਪੁੱਛਗਿੱਛ ਉਪਰੰਤ ਇਸ ਸਥਾਨ ਦਾ ਕਬਜ਼ਾ ਝੂਰਖੁਰ ਨਾਮੀ ਗਵਾਲੇ ਪਾਸ ਸੀ, ਜੋ ਮੁਨੀ ਲਾਲ ਗਵਾਲੇ ਦਾ ਚਾਚਾ ਸੀ, ਜਿਹੜਾ ਕਿ ਬਾਅਦ ਵਿੱਚ ਗੁਰੂ ਘਰ ਦਾ ਵੱਡਾ ਹਿੱਤੂ ਸਾਹਿਤ ਹੋਇਆ। ਦੌੜ ਭੱਜ ਕਰਕੇ ਉੱਥੇ ਦਾ ਪਟਵਾਰੀ ਲੱਭ ਕੇ ਫਰਦ ਦੀ ਅਰਜ਼ ਕੀਤੀ। ਆਖਿਰ ਜਦੋਂ ਫਰਦ ਮਿਲੀ ਤਾਂ ਉਸ ਦੇ ਮਾਲਕ ਦਾ ਨਾਮ ਇੱਕ ਚੰਡਾਲ ਜਾਦੂਗਰ ਸੀ। ਸੋ ਇਹ ਸਾਰੀ ਗੱਲ ਸਤਿਗੁਰੂ ਸਵਾਮੀ ਸਰਵਨਦਾਸ ਜੀ ਤੱਕ ਪੁੱਜਦੀ ਕੀਤੀ ਗਈ। ਉਪਰੰਤ ਸੰਤ ਸਰਵਨਦਾਸ ਜੀ ਨੇ ਸੰਦੇਸ਼ ਭੇਜ ਕੇ ਕਿਹਾ ਕਿ ਫਰਦ ਲੈ ਲਵੋ। ਬਿਲਕੁਲ ਠੀਕ ਹੈ ਕਿ ਪਖੰਡੀਆਂ ਨੇ ਇਹੀ ਨਾਮ ਦਿੱਤਾ ਹੋਇਆ ਸੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ, ਪਰ ਹਾਂ ਇਹ ਦੇਖ ਲਿਓ, ਜੇਕਰ ਅੱਗੇ ਦੀ ਰਸਤਾ ਨਿਕਲਦਾ ਹੈ ਤਾਂ ਯਕੀਨਨ ਹੀ ਇਹ ਉਹ ਸਥਾਨ ਹੈ ਜਿਸ ਦੀ ਸਾਨੂੰ ਲੋੜ ਹੈ। ਅਖੀਰ ਉਹ ਭਾਗਾ ਭਰਿਆ ਦਿਨ ਆ ਗਿਆ ਜਦੋਂ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਸੰਭਾਵਨਾ ਸੱਚ ਹੋ ਗਈ। ਸੰਤ ਸਰਵਨਦਾਸ ਜੀ ਮਹਾਰਾਜ ਨੇ ਸੰਤ ਹਰੀਦਾਸ ਮਹਾਰਾਜ ਜੀ ਦੀ ਅਗਵਾਈ ਵਿੱਚ ਇੱਕ ਟੀਮ ਸੰਤ ਗਰੀਬਦਾਸ ਜੀ, ਸ਼੍ਰੀ ਸੋਹਣ ਲਾਲ ਜੀ, ਸ਼੍ਰੀ ਕਰਤਾਰ ਚੰਦ ਜੀ, ਸ਼੍ਰੀ ਭੋਲਾ ਰਾਮ ਜੀ, ਸ਼੍ਰੀ ਗੁਰਦਾਸ ਰਾਮ ਜੀ ਸਮੇਤ ਅਨੇਕਾਂ ਸੇਵਾਦਾਰ ਭੇਜ ਕੇ 14 ਜੂਨ ਸਨ 1965 ਵਿੱਚ ਹਾੜ ਦੀ ਸੰਗਰਾਂਦ ਦਿਨ ਸੋਮਵਾਰ ਨੂੰ ਇਸ ਪਾਵਨ ਇਤਿਹਾਸਕ ਤੇ ਕ੍ਰਾਂਤੀਕਾਰੀ ਗੁਰੂ ਦੇ ਜਨਮ ਸਥਾਨ ਮੰਦਿਰ ਦੇ ਨੀਂਹ ਪੱਥਰ ਰਖਵਾਏ ਅਤੇ ਉਸਾਰੀ ਦੀ ਸੇਵਾ ਗੁਰੂ ਗਰੀਬਦਾਸ ਜੀ ਨੂੰ ਸੌਂਪ ਦਿੱਤੀ। 22 ਫਰਵਰੀ 1974 ਨੂੰ ਇੱਥੇ ਮੂਰਤੀ ਸਥਾਪਿਤ ਕਰਵਾਈ। ਅਪ੍ਰੈਲ 1994 ਵਿੱਚ ਸੰਤ ਸੰਮੇਲਨ ਕਰਵਾ ਕੇ ਇਹ ਗੁਰੂ ਘਰ ਹਮੇਸ਼ਾ ਵਾਸਤੇ ਸਮੂਹ ਸੰਸਾਰ ਲਈ ਖੋਲ ਦਿੱਤਾ। ਇਸ ਸੇਵਾ ਦਾ ਸੰਪੂਰਨ ਸਿਹਰਾ ਸੰਤ ਸਰਵਨਦਾਸ ਜੀ ਨੂੰ ਹੀ ਜਾਂਦਾ ਹੈ। ਨਿਥਾਣਿਆਂ ਨੂੰ ਥਾਂ ਬਣਵਾ ਕੇ ਦਿੱਤੀ। ਇਸ ਤੋਂ ਕੌਮ ਤੇ ਧਰਮ ਸੇਵਾ ਹੋਰ ਕੀ ਹੋ ਸਕਦੀ ਹੈ।